ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ। ਅੰਮ੍ਰਿਤ ਦੀ ਦਾਤ ਇੱਕ ਇਹੋ ਜਿਹੀ ਅਮੂਲਕ ਦਾਤ ਹੈ ਜਿਸ ਨੂੰ ਛਕ ਕੇ ਜੀਵ ਦੁੱਖਾਂ ਕਲੇਸ਼ਾਂ ਭਰੀ ਜ਼ਿੰਦਗੀ ਨੂੰ ਛੱਡ ਕੇ ਸੁੱਖ ਅਤੇ ਆਨੰਦਮਈ ਜੀਵਨ ਬਤੀਤ ਕਰਦਾ ਹੈ। ਇਸੇ ਤਰ੍ਹਾਂ ਦਾ ਹੀ ਵਾਕਿਆ ਬਾਬਾ ਜੀ ਦੱਸਦੇ ਸਨ ਕਿ ਇੱਕ ਵਾਰ ਅਮਰ ਸਿੰਘ ਪਿੰਡ ਗੋਂਦਪੁਰ ਤੋਂ ਭੈੜੀ ਸੰਗਤ ਸਦਕਾ ਚੜ੍ਹਦੀ ਜਵਾਨੀ ਵਿੱਚ ਹੀ ਨਸ਼ਿਆਂ ਦੇ ਸੇਵਨ ਦੀ ਭੈੜੀ ਆਦਤ ਪੈ ਗਈ। ਜਿਸ ਘਰ ਵਿੱਚ ਜਿਸ ਸਰੀਰ ਵਿੱਚ ਨਸ਼ਿਆਂ ਦਾ ਵਾਸ ਹੋ ਜਾਵੇ, ਨਸ਼ੇ ਪ੍ਰਤੱਖ ਸਰੀਰ ਦਾ ਵੀ ਤੇ ਨਾਸ਼ ਕਰ ਦਿੰਦੇ ਹਨ ਤੇ ਘਰ ਦਾ ਵੀ ਨਾਸ਼ ਕਰ ਦਿੰਦੇ ਹਨ। ਸਾਰਾ ਹੀ ਸੁੱਖ ਆਰਾਮ ਨਸ਼ੇ ਆਪਣੇ ਅੰਦਰ ਸਮੇਟ ਲੈਂਦੇ ਹਨ। ਸਰਦਾਰ ਅਮਰ ਸਿੰਘ ਦੇ ਉੱਪਰ ਨਸ਼ੇ ਇੰਨੇ ਹਾਵੀ ਹੋ ਗਏ ਸਨ ਕਿ ਘਰ ਪਰਿਵਾਰ ਦੀ ਤੇ ਲੋਕ ਲੱਜਾ ਦੀ ਪਰਵਾਹ ਛੱਡ ਕੇ ਅਮਰ ਸਿੰਘ ਦਿਨ ਰਾਤ ਨਸ਼ਿਆਂ ਵਿੱਚ ਚੂਰ ਰਹਿਣ ਲੱਗ ਪਿਆ। ਨਸ਼ਾ ਹੀ ਜੀਵਨ ਦਾ ਆਧਾਰ ਬਣ ਗਿਆ ਸੀ। ਸਰਦਾਰ ਅਮਰ ਸਿੰਘ ਦੇ ਦੱਸਣ ਮੁਤਾਬਕ ਹਰ ਰੋਜ਼ 1 ਤੋਲਾ ਅਫੀਮ ਖਾਣ ਤੱਕ ਦਾ ਨਸ਼ਾ ਵੱਧ ਗਿਆ ਸੀ। ਉਸ ਨਸ਼ੇ ਵਿੱਚ ਹੋਰ ਵਾਧਾ ਤੇ ਸਰੂਰ ਵਾਲਾ ਕਰਨ ਲਈ ਪੋਸਤ ਤੇ ਡੋਡੇ ਵੀ ਦੋਨੋਂ ਵੇਲੇ ਪੀਣੇ। ਜਦੋਂ ਜਰਾ ਨਸ਼ੇ ਵਿੱਚ ਤੋਟ ਪੈਣੀ, ਉਸ ਨੂੰ ਪੂਰਾ ਕਰਨ ਲਈ ਸਰੀਰ ਨੂੰ ਸ਼ਰਾਬ ਦਾ ਸਹਾਰਾ ਦੇਣਾ। ਜਿੱਥੇ ਨਸ਼ਿਆਂ ਦਾ ਵਾਸਾ ਹੋ ਜਾਵੇ ਉੱਥੇ ਮਾਇਆ ਨੇ ਕੀ ਟਿਕਣਾ ਹੈ। ਘਰ ਵਿੱਚ ਮਾਇਆ ਦਾ ਟੋਟਾ ਆ ਗਿਆ। ਹੁਣ ਅਫੀਮ ਤੇ ਪੋਸਤ ਨੂੰ ਖਰੀਦਣ ਲਈ ਅਮਰ ਸਿੰਘ ਨੇ ਘਰ ਵਿੱਚ ਹੀ ਆਪਣੀ ਸ਼ਰਾਬ ਕੱਢਣੀ ਭਾਵ ਲਾਹੁਣ ਦੇ ਘੜੇ ਪਾਉਣੇ ਸ਼ੁਰੂ ਕਰ ਦਿੱਤੇ। ਜਦੋਂ ਉਹ ਤਿਆਰ ਹੋ ਜਾਣ ਤਾਂ ਵਿਚਾਰੀ ਘਰਵਾਲੀ ਨੇ ਉਸ ਲਾਹਣ ਦੇ ਹੇਠ ਅੱਗ ਬਾਲ ਕੇ ਉਸ ਵਿੱਚੋਂ ਨਿਕਲੀ ਭਾਫ ਨੂੰ ਠੰਡਾ ਕਰਕੇ ਸਾਰਾ ਦਿਨ ਉਸ ਦੀ ਸ਼ਰਾਬ ਕੱਢਣੀ। ਉਸ ਕੱਢੀ ਹੋਈ ਸ਼ਰਾਬ ਨੂੰ ਵੇਚ ਕੇ ਅਮਰ ਸਿੰਘ ਆਪਣਾ ਖਰਚਾ ਪੂਰਾ ਕਰਨ ਤੇ ਦਿਨ ਰਾਤ ਮੰਦ ਪੀ ਕੇ ਮਦਹੋਸ਼ ਰਹਿਣਾ। ਥੋੜੇ ਸਮੇਂ ਬਾਅਦ ਹੀ ਪੁਲਿਸ ਨੂੰ ਵੀ ਪਤਾ ਲੱਗ ਗਿਆ। ਦੂਜੇ ਤੀਜੇ ਦਿਨ ਪੁਲਿਸ ਨੇ ਛਾਪੇ ਘਰ ਵਿੱਚ ਮਾਰਨੇ ਸ਼ੁਰੂ ਕਰ ਦਿੱਤੇ। ਸਰਦਾਰ ਅਮਰ ਸਿੰਘ ਅੱਗੇ ਅੱਗੇ, ਪੁਲਿਸ ਪਿੱਛੇ ਪਿੱਛੇ। ਕਈ ਵਾਰੀ ਕਈ ਕੇਸ ਬਣੇ। ਕੇਸ ਭੁਗਤੀ ਜਾਣੇ, ਤੰਗੀ ਕੱਟੀ ਜਾਣੀ। ਅਮਰ ਸਿੰਘ ਇਸ ਭੈੜੀ ਆਦਤ ਨੂੰ ਛੱਡਣ ਲਈ ਤਿਆਰ ਨਹੀਂ ਸੀ। ਹੁਣ ਵੀ ਉਹ ਦੱਸਦੇ ਸਨ ਕਿ ਔਖਿਆਈ ਵੀ ਸਿਰੇ ਦੀ ਬਣੀ ਰਹਿਣੀ। ਘਰ ਵਿੱਚ ਤੰਗੀ ਬਹੁਤ ਸੀ। ਰਾਤ ਸੌਣ ਵੀ ਘਰੋਂ ਬਾਹਰ ਜਾ ਕੇ ਕਿਤੇ ਪੁਲਿਸ ਨਾ ਆ ਜਾਵੇ, ਇਸ ਕਰਕੇ ਘਰੋਂ ਬਾਹਰ ਜਾ ਕੇ ਸੌਣਾ। ਬਹੁਤ ਮਨ ਦੁਖੀ ਹੁੰਦਾ ਸੀ। ਜੇ ਕਿਤੇ ਮਨ ਛੱਡਣ ਨੂੰ ਤਿਆਰ ਵੀ ਹੁੰਦਾ ਸੀ ਤਾਂ ਅੰਦਰੋਂ ਦੂਸਰਾ ਮਨ ਕਹਿੰਦਾ ਸੀ ਕਿ ਇਹੀ ਤਾਂ ਇੱਕ ਰੁਜ਼ਗਾਰ ਦਾ ਸਾਧਨ ਹੈ। ਜੇ ਸ਼ਰਾਬ ਕੱਢਣੀ ਛੱਡ ਦਿੱਤੀ ਤਾਂ ਰੋਟੀ ਕਿੱਥੋਂ ਖਾਵਾਂਗੇ ਤੇ ਦੂਸਰੇ ਨਸ਼ਿਆਂ ਦਾ ਖਰਚ ਕਿੱਥੋਂ ਪੂਰਾ ਕਰਾਂਗੇ। ਜੇ ਆਏ ਗਏ ਨਾਲ ਬੈਠ ਕੇ ਨਾ ਪੀਤੀ ਤਾਂ ਗਾਹਕ ਕਿੱਥੋਂ ਬਣਨਗੇ। ਸਾਲਾਂ ਬੱਧੀ ਇਹ ਕਿਰਿਆ ਚੱਲਦੀ ਰਹੀ। ਅਮਰ ਸਿੰਘ ਪਹਿਲਾਂ ਮਿਲਟਰੀ ਵਿੱਚ ਭਰਤੀ ਸੀ। ਸਰੀਰ ਤਕੜਾ ਤੇ ਸੋਹਣਾ ਸੀ, ਪਰ ਨਸ਼ੇ ਤਾਂ ਖੇਈ ਰੋਗ ਵਾਂਗ ਸਰੀਰ ਨੂੰ ਖੀਨ ਕਰ ਸੁੱਟੇ ਸਨ, ਭਾਵ ਸਰੀਰ ਦੁਰਲਭ ਹੋ ਗਿਆ ਸੀ। ਇੱਕ ਦਿਨ ਸਰਦਾਰ ਅਮਰ ਸਿੰਘ ਆਪਣੇ ਗਾਹਕਾਂ ਤੇ ਸਾਥੀਆਂ ਨਾਲ ਸੜਕ ਤੇ ਖਲੋਤੇ ਲੈਣ ਦੇਣ ਦੀਆਂ ਗੱਲਾਂ ਕਰ ਰਹੇ ਸੀ ਕਿ ਬਾਬਾ ਜੀ ਸੜਕੇ ਗੜਦੀਵਾਲ ਨੂੰ ਪੈਦਲ ਤੁਰੇ ਜਾਂਦੇ ਸਨ। ਜਦੋਂ ਅਗਾਂਹ ਚਲੇ ਗਏ ਤਾਂ ਅਚਾਨਕ ਅਮਰ ਸਿੰਘ ਦੀ ਨਿਗਾਹ ਪੈ ਗਈ। ਅਮਰ ਸਿੰਘ ਉਹਨਾਂ ਸਾਥੀਆਂ ਪਾਸੋਂ ਥੋੜਾ ਸਮਾਂ ਲੈ ਕੇ ਦੌੜ ਕੇ ਬਾਬਾ ਜੀ ਪਾਸ ਗਿਆ। ਅੱਗੇ ਹੋ ਕੇ ਸਿਰ ਨੀਵਾ ਕਰਕੇ ਮੂੰਹ ਵਿੱਚੋਂ ਕੁਝ ਸਤਕਾਰ ਭਰੇ ਸ਼ਬਦ ਗਏ। ਬਾਬਾ ਜੀ ਖਲੋ ਗਏ। ਅਮਰ ਸਿੰਘ ਨੇ ਬੇਨਤੀ ਕੀਤੀ, ਬਾਬਾ ਜੀ ਹੁਣ ਮੇਰੀ ਨਸ਼ੇ ਖਾ ਕੇ ਬਸ ਹੋ ਗਈ ਹੈ। ਕੋਈ ਦੁਨਿਆਈ ਇਹੋ ਜਿਹਾ ਨਸ਼ਾ ਨਹੀਂ ਹੈ ਜੋ ਮੈਂ ਸੇਵਨ ਨਹੀਂ ਕੀਤਾ। ਘਰ ਵਿੱਚ ਅੱਤ ਦੀ ਗਰੀਬੀ ਹੈ। ਪੁਲਿਸ ਦਿਨ ਰਾਤ ਖਹਿੜਾ ਨਹੀਂ ਛੱਡਦੀ। ਰਾਤ ਨੂੰ ਕਮਾਦਾਂ ਵਿੱਚ ਸੌਣਾ ਪੈਂਦਾ ਹੈ। ਮੈਂ ਇਹਨਾਂ ਨਸ਼ਿਆਂ ਨੂੰ ਛੱਡਣ ਤੋਂ ਅਸਮਰਥ ਹਾਂ। ਸੁਣਿਆ ਹੈ ਕਿ ਤੁਸੀਂ ਬਹੁਤ ਤੇ ਕਿਰਪਾ ਕੀਤੀ ਹੈ, ਬਹੁਤਿਆਂ ਦੇ ਨਸ਼ੇ ਛਡਾਏ ਹਨ ਗੁਰਬਾਣੀ ਦੇ ਲੜ ਲਾ ਕੇ। ਮੈਂ ਗਰੀਬ ਤੇ ਵੀ ਤਰਸ ਕਰੋ।
ਕੋਈ ਉਪਾਅ ਦੱਸੋ, ਕਿਰਪਾ ਕਰੋ। ਬਾਬਾ ਜੀ ਦੇ ਸੁਭਾਵਕ ਵਚਨ ਕੀਤਾ। ਅਮਰ ਸਿੰਘ ਪਹਿਲਾਂ ਆਪਣੇ ਆਪ ਉੱਪਰ ਕਿਰਪਾ ਕਰਨੀ ਪੈਂਦੀ ਹੈ, ਫਿਰ ਪਰਮੇਸ਼ਵਰ ਦੀ ਮਿਹਰ ਕਰ ਦਿੰਦਾ ਹੈ। ਦੂਸਰੇ, ਜੇ ਨਸ਼ਿਆਂ ਤੋਂ ਸਦੀਵੀ ਛੁਟਕਾਰਾ ਚਾਹੁੰਦੇ ਹੋ ਤਾਂ ਅੰਮ੍ਰਿਤ ਛਕ ਲੈ। ਜਦੋਂ ਤੇਰੇ ਹਿਰਦੇ ਵਿੱਚ ਅੰਮ੍ਰਿਤ ਚਲਾ ਗਿਆ, ਫਿਰ ਤੇਰੇ ਅੰਦਰੋਂ ਨਸ਼ੇ ਚਲੇ ਜਾਣਗੇ, ਪਰ ਨਾਲ ਹੀ ਅੰਮ੍ਰਿਤ ਛਕ ਕੇ ਤਕੜਾ ਰਹਿਣਾ ਪਵੇਗਾ। ਗੁਰੂ ਦੇ ਬਚਨਾਂ ਦੀ ਕਮਾਈ ਕਰਕੇ ਗੁਰੂ ਦੀ ਖੁਸ਼ੀ ਪ੍ਰਾਪਤ ਕਰ ਲੈ। ਸਰਦਾਰ ਅਮਰ ਸਿੰਘ ਨੇ ਹੋਰ ਕੋਈ ਸਵਾਲ ਨਹੀਂ ਕੀਤਾ, ਸੱਚ ਬਚਨ ਕਿਹਾ ਤੇ ਪੁੱਛਿਆ ਕਿ ਅੰਮ੍ਰਿਤ ਸੰਚਾਰ ਕਦੋਂ ਹੋਵੇਗਾ। ਬਾਬਾ ਜੀ ਨੇ ਕਿਹਾ, ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਆ ਜਾਈ, ਉਸ ਦਿਨ ਅੰਮ੍ਰਿਤ ਛਕਾਇਆ ਜਾਵੇਗਾ। ਉਸ ਦਿਨ ਅਮਰ ਸਿੰਘ ਗੁਰੂ ਕੇ ਜਹਾਜ਼ੇ ਚੜ੍ਹ ਜਾ, ਗੁਰੂ ਭਲੀ ਕਰੇਗਾ। ਅਮਰ ਸਿੰਘ ਨੇ ਬਾਬਾ ਜੀ ਨੂੰ ਵਚਨ ਦਿੱਤਾ ਤੇ ਆਪਣੇ ਸਾਥੀਆਂ ਨੂੰ ਕੁਝ ਨਹੀਂ ਦੱਸਿਆ। ਇਸੇ ਤਰ੍ਹਾਂ ਸੰਤਾਂ ਕੋਲ ਕੀਤਾ ਗਿਆ ਫੈਸਲਾ, ਭਾਵ ਸੰਤਾਂ ਦਾ ਵਚਨ ਮੰਨਿਆ ਤੇ ਆਪਣੇ ਘਰ ਵਾਲੀ ਦੇ ਕੋਲ ਗਿਆ। ਘਰ ਵਾਲੀ ਨੂੰ ਕਹਿਣ ਲੱਗਾ ਕਿ ਮੈਂ ਅੰਮ੍ਰਿਤ ਛਕਣਾ ਹੈ, ਮੈਨੂੰ ਕਸ਼ਹਿਰੇ ਸਵਾ ਦੇ। ਘਰ ਵਾਲੀ ਵਿਚਾਰੀ ਅੰਮ੍ਰਿਤ ਛਕਣ ਦਾ ਨਾਂ ਸੁਣ ਕੇ ਹੈਰਾਨ ਹੋ ਗਈ ਤੇ ਕਹਿ ਰਹਿਣ ਲੱਗੀ ਕਿ ਇਹ ਕੀ ਕਹਿ ਰਿਹਾ ਹੈ। ਉਸ ਪਾਸੋਂ ਰਿਹਾ ਨਾ ਗਿਆ। ਉਸ ਬੀਬੀ ਨੇ ਬੇਝਿਜਕ ਆਪਣੇ ਪਤੀ ਨੂੰ ਕਹਿ ਦਿੱਤਾ ਕਿ ਅੰਮ੍ਰਿਤ ਛਕਣ ਤੋਂ ਪਹਿਲਾਂ ਆਪਣੀਆਂ ਕਰਤੂਤਾਂ ਤਾਂ ਠੀਕ ਕਰ ਲੈ। ਕੀ ਗੱਲ, ਵਿੱਚ ਕਿਰਪਾਨ ਪਾ ਕੇ ਸ਼ਰਾਬ ਕੱਢਿਆ ਤੇ ਵੇਚਿਆ ਕਰੇਗਾ? ਅਮਰ ਸਿੰਘ ਘਰ ਵਾਲੀ ਨੂੰ ਕਹਿਣ ਲੱਗਾ, ਭਲੀਏ ਲੋਕੇ, ਪਿੱਛੇ ਜੋ ਹੋ ਗਿਆ ਸੋ ਹੋ ਗਿਆ। ਮੈਂ ਹੁਣ ਮਹਾਂਪੁਰਖਾਂ ਨੂੰ ਵਚਨ ਦੇ ਕੇ ਆਇਆ ਹਾਂ, ਚਾਹੇ ਭੁੱਖੇ ਰਹੀਏ, ਚਾਹੇ ਮਰੀਏ ਜਾਂ ਜੀਵੀਏ, ਮੈਂ ਘਰ ਤੋਂ ਨਸ਼ੇ ਨਹੀਂ ਖਾਣੇ, ਨਾ ਹੀ ਕੱਲ੍ਹ ਤੋਂ ਨਸ਼ੇ ਕੱਢਣੇ ਹਨ। ਘਰ ਵਾਲੀ ਨੂੰ ਅਮਰ ਸਿੰਘ ਦੇ ਪਿਛਲੇ ਸਾਰੇ ਜੀਵਨ ਦਾ ਤਜਰਬਾ ਸੀ। ਉਸ ਨੂੰ ਉਸਦੇ ਮਨ ਤੇ ਯਕੀਨ ਨਹੀਂ ਸੀ ਆਉਂਦਾ ਕਿ ਇਹ ਝੂਠ ਬੋਲ ਰਿਹਾ ਹੈ, ਕਿ ਮੇਰੇ ਨਾਲ ਛਲਾਵਾ ਤਾਂ ਨਹੀਂ ਕਰ ਰਿਹਾ। ਮੁੜ ਮੁੜ ਕੇ ਆਪਣੇ ਪਤੀ ਦੇ ਮੂੰਹ ਵੱਲ ਦੇਖ ਰਹੀ, ਕਿਤੇ ਅਫੀਮ ਦੀ ਲੋਰ ਵਿੱਚ ਐਵੇਂ ਮੂੰਹੋਂ ਅਡਲੀਆਂ ਪਟਲੀਆਂ ਤਾਂ ਨਹੀਂ ਮਾਰੀ ਜਾਂਦਾ। ਬੀਬੀ ਨੇ ਅਮਰ ਸਿੰਘ ਦੇ ਮੂੰਹ ਵੱਲ ਪੂਰੀ ਤਰ੍ਹਾਂ ਦੇਖਿਆ ਤੇ ਸੋਚਿਆ, ਅੱਜ ਤਾਂ ਪਤੀ ਦੇਵ ਸੋਫੀ ਹਨ ਤੇ ਇਹ ਲੇਖਾਂ ਵਿੱਚ ਮੇਖ ਕਿਸ ਤਰ੍ਹਾਂ ਵੱਜ ਗਈ। ਤੇ ਫਿਰ ਉਸਦੇ ਮਨ ਵਿੱਚ ਆਇਆ ਕਿ ਸਹਿਜ ਇਹ ਸੱਚ ਬੋਲ ਰਿਹਾ ਹੈ ਤੇ ਮੈਨੂੰ ਵੀ ਨਿੱਤ ਬਲਦੀ ਭੱਠੀ ਦੇ ਸੇਕ ਤੋਂ ਛੁਟਕਾਰਾ ਮਿਲ ਜਾਵੇਗਾ। ਬੀਬੀ ਨੇ ਕਿਹਾ, ਜੇ ਤਾਂ ਤੁਸੀਂ ਅੰਮ੍ਰਿਤ ਛਕ ਕੇ ਮੁੜ ਇਹੀ ਕਾਰੇ ਕਰਨੇ ਹਨ, ਫਿਰ ਇਹੋ ਜਿਹੇ ਅੰਮ੍ਰਿਤ ਛਕਣ ਤੋਂ ਬਿਨਾਂ ਹੀ ਤੁਸੀਂ ਚੰਗੇ ਹੋ। ਜੇ ਅੰਮ੍ਰਿਤ ਛਕ ਕੇ ਪੂਰੀ ਰਹਿਤ ਬਹਿਤ ਵਿੱਚ ਪ੍ਰਤੱਖ ਰਹਿਣਾ ਹੈ, ਫਿਰ ਹੀ ਕਸ਼ਹਿਰੇ 2 ਦੀ ਥਾਂ 4 ਸਵਾ ਕੇ ਕੱਲ ਨੂੰ ਲਿਆ ਦਿੰਦੀ ਹਾਂ। ਅਮਰ ਸਿੰਘ ਨੇ ਆਪਣੇ ਮਨ ਦੀ ਸੱਚਾਈ ਪ੍ਰਗਟ ਕਰਕੇ ਘਰ ਵਾਲੀ ਨੂੰ ਯਕੀਨ ਦਿਵਾਉਣ ਦੀ ਕੋਸ਼ਿਸ਼ ਕੀਤੀ ਕਿ ਭਲੀਏ ਲੋਕੇ, ਹੁਣ ਪੱਥਰ ਚੱਟ ਕੇ ਮੁੜਿਆ ਹਾਂ। ਛੱਡਣੀ ਤਾਂ ਪਹਿਲਾਂ ਹੀ ਚਾਹੁੰਦਾ ਸਾਂ, ਪਰ ਮੇਰਾ ਆਪਣਾ ਮਨ ਡੋਲਦਾ ਰਹਿੰਦਾ ਸੀ। ਥੇ ਵਾਲੇ ਸੰਤ ਗੜਦੀ ਵਾਲਾ ਨੂੰ ਜਾ ਰਹੇ ਸਨ। ਦੁਪਹਿਰ ਉਹ ਮੈਨੂੰ ਸੜਕ ਵਿੱਚ ਮਿਲੇ। ਮੈਂ ਉਹਨਾਂ ਨੂੰ ਬੇਨਤੀ ਕੀਤੀ, ਮੈਂ ਬਹੁਤ ਵੱਡਾ ਨਸ਼ਈ ਹਾਂ, ਮੇਰੇ ਤੇ ਕਿਰਪਾ ਕਰੋ, ਮੈਂ ਕਿਵੇਂ ਉਹਨਾਂ ਨਸ਼ਿਆਂ ਤੋਂ ਛੁਟਕਾਰਾ ਪਾ ਲਵਾਂ। ਉਹਨਾਂ ਨੇ ਉੱਤਰ ਵਿੱਚ ਕਿਹਾ ਕਿ ਜੇ ਇਹਨਾਂ ਤੋਂ ਛੁਟਕਾਰਾ ਚਾਹੁੰਦਾ ਹੈ ਤਾਂ ਅੰਮ੍ਰਿਤ ਛਕ ਲੈ, ਸਤਿਗੁਰੂ ਜੀ ਆਪ ਭਲੀ ਕਰਨਗੇ। ਸੋ ਉਹਨਾਂ ਦੇ ਇੰਨੇ ਵਚਨ ਕਹਿਣ ਤੇ ਹੀ ਮੇਰੇ ਮਨ ਬਦਲ ਗਿਆ। ਮੇਰੇ ਮਨ ਵਿੱਚ ਇੱਕ ਠਹਿਰਾਓ ਆ ਗਿਆ। ਉਹਨਾਂ ਦੇ ਬਚਨਾਂ ਨੇ ਮੇਰੇ ਧੁਰ ਅੰਦਰ ਤੱਕ ਝੰਜੋੜ ਕੇ ਰੱਖ ਦਿੱਤਾ। ਉਹਨਾਂ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਅੰਮ੍ਰਿਤ ਤਿਆਰ ਹੋਣਾ ਹੈ, ਅੰਮ੍ਰਿਤ ਛਕ ਲਈਓ, ਕਰਤਾਲ ਭਲੀ ਕਰੇਗਾ। ਗੁਰੂ ਜੀ ਦੀ ਬਖਸ਼ੀ ਹੋਈ ਅੰਮ੍ਰਿਤ ਦੀ ਦਾਤ ਜ਼ਰੂਰ ਪੀਓ। ਬੀਬੀ ਬੜੀ ਹੈਰਾਨ ਸੀ ਕਿ ਅੱਜ ਤਾਂ ਪਤੀ ਦੇਵ ਗਿਆਨ ਦੀਆਂ ਗੱਲਾਂ ਕਰ ਰਹੇ ਹਨ। ਪਰਮਾਤਮਾ ਦਾ ਲੱਖ ਲੱਖ ਸ਼ੁਕਰ ਹੈ। ਬੀਬੀ ਨੇ ਅੱਗੇ ਉੱਤਰ ਦਿੱਤਾ ਕਿ ਮੈਨੂੰ ਅੰਮ੍ਰਿਤ ਛਕਣ ਤੋਂ ਕੋਈ ਇਨਕਾਰ ਨਹੀਂ ਹੈ, ਪਰ ਕੱਲ੍ਹ ਨੂੰ ਅੰਮ੍ਰਿਤ ਛਕ ਕੇ ਲੋਕਾਂ ਪਾਸੋਂ ਹਾਸੀ ਨਾ ਕਰਵਾਈਏ। ਨਾਲੇ ਚੰਗੇ ਲੋਕਾਂ ਪਾਸੋਂ ਸੁਣਿਆ ਹੈ ਕਿ ਗੁਰੂ ਪਾਸੋਂ ਸ਼ਰਾਪੇ ਨੂੰ ਦੀਨ ਅਤੇ ਦੁਨੀਆ ਵਿੱਚ ਕੋਈ ਵੀ ਨਹੀਂ ਝੱਲਦਾ।
ਮੈਨੂੰ ਅਜੇ ਵੀ ਡਰ ਲੱਗਦਾ ਹੈ ਅਸੀਂ ਗੁਰੂ ਦੀ ਖੁਸ਼ੀ ਲੈਂਦੇ ਲੈਂਦੇ ਕਿਤੇ ਪਾਪਾਂ ਦੇ ਭਾਗੀ ਨਾ ਬਣ ਜਾਈਏ। ਅਮਰ ਸਿੰਘ ਕਹਿਣ ਲੱਗਾ, ਭਲੀਏ ਲੋਕੇ, ਮਨ ਨੂੰ ਹੇਠਾਂ ਉੱਤੇ ਨਾ ਕਰ, ਤਿਆਰ ਹੋ ਜਾ। ਜਿਸ ਗੁਰੂ ਦਾ ਅੰਮ੍ਰਿਤ ਛਕ ਕੇ ਉਹ ਆਪੇ ਸਾਡੀ ਰਖਵਾਲੀ ਕਰੇਗਾ। ਅਸੀਂ ਕੌਣ ਹਾਂ ਗੁਰੂ ਦੇ ਅੰਮ੍ਰਿਤ ਨੂੰ ਨਿਭਾ ਸਕੀਏ? ਅਸੀਂ ਕੌਣ ਹੁੰਦੇ ਹਾਂ ਨਿਭਾਉਣ ਵਾਲੇ? ਗੁਰੂ ਆਪੇ ਆਪ ਨਿਭਾਏਗਾ। ਉਸਨੇ ਆਪਣੀ ਘਰਵਾਲੀ ਨੂੰ ਯਕੀਨ ਦਿਵਾਉਣ ਲਈ ਭੱਠੀ ਦਾ ਸਾਰਾ ਸਮਾਨ ਭੰਨ ਤੋੜ ਕੇ ਬਾਹਰ ਵਗਦੀ ਹੋਈ ਚੋਅ ਵਿੱਚ ਸਿੱਟ ਦਿੱਤਾ ਤੇ ਕਿਹਾ, ਇਸ ਭੱਠੀ ਨੇ ਸਾਡੀ ਜ਼ਿੰਦਗੀ ਤਬਾਹ ਕਰ ਦਿੱਤੀ ਹੈ। ਪਤਾ ਨਹੀਂ ਕਿੰਨਾ ਕੁ ਸਮਾਨ ਇਹ ਖਾ ਗਈ ਹੈ, ਕਿੰਨਾ ਕੁ ਗੁੜ ਇਸ ਦੇ ਵਿੱਚ ਚਲਿਆ ਗਿਆ ਹੈ। ਇਹ ਦਰਿੱਦਰ ਭਰੀ ਜ਼ਿੰਦਗੀ ਪਤਾ ਨਹੀਂ ਸਾਡੇ ਤੋਂ ਕਦੋਂ ਛੁੱਟੂਗੀ। ਅਮਰ ਸਿੰਘ ਆਪਣਾ ਮੁਹਾਰਾ ਧਰਤੀ ਤੇ ਹੱਥ ਲਾ ਲਾ ਕੇ ਮੱਥਾ ਟੇਕੀ ਜਾਵੇ, ਮੂੰਹੋਂ ਕਹੇ ਕਿ ਰੱਬਾ, ਜੇ ਤੂੰ ਸੱਚਾ ਹੈ ਮੈਨੂੰ ਇਸ ਭੈੜੇ ਕਰਮ ਤੋਂ ਬਚਾ ਲੈ। ਮੁੜ ਇਸ ਲਾਹਨਤ ਮੇਰੇ ਘਰ ਵਿੱਚ ਪ੍ਰਵੇਸ਼ ਨਾ ਕਰੇ। ਪਿਛਲੀਆਂ ਗਲਤੀਆਂ ਹੁਣ ਮਾਫ ਕਰ ਦੇ ਤੇ ਅਗਾਂਹ ਤੋਂ ਮੈਨੂੰ ਬਖਸ਼ ਲੈ। ਘਰਵਾਲੀ ਨੂੰ ਵੀ ਯਕੀਨ ਹੋ ਗਿਆ ਕਿ ਪਤੀ ਦੇਵ ਪਰਮੇਸ਼ਵਰ ਦੀ ਕਿਰਪਾ ਸਦਕਾ ਸੱਚ ਬੋਲ ਰਿਹਾ ਹੈ, ਅੰਮ੍ਰਿਤ ਛਕਣ ਲਈ ਤਿਆਰ ਹਨ। ਉਸਨੇ ਵੀ ਕਿਹਾ ਕਿ ਤੁਸੀਂ ਬੜੀ ਕਿਰਪਾ ਹੈ, ਇਸ ਲਾਹਨਤ ਨੂੰ ਘਰੋਂ ਬਾਹਰ ਸੁੱਟ ਦਿੱਤਾ ਹੈ। ਹਰ ਵੇਲੇ ਜਾਨ ਮੁੱਠ ਵਿੱਚ ਆਈ ਰਹਿੰਦੀ ਸੀ ਕਿ ਕਿਤੇ ਪੁਲਿਸ ਹੁਣ ਨਾ ਆ ਜਾਵੇ। ਪੁਲਿਸ ਪਾਸੋਂ ਮਾੜੇ ਸ਼ਬਦ ਸੁਣਨੇ ਪੈਂਦੇ ਸਨ। ਸੋ ਗੁਰੂ ਮਹਾਰਾਜ ਜੀ ਦੀ ਇੰਨੀ ਕਿਰਪਾ ਹੋਈ ਕਿ ਆਪ ਜੀ ਦਾ ਮਨ ਬਦਲ ਗਿਆ। ਮਾਲਕ ਆਪੇ ਸਾਨੂੰ ਰਿਜ਼ਕ ਦੇਵੇਗਾ। ਦੋਨਾਂ ਨੇ ਅੰਮ੍ਰਿਤ ਛਕਣ ਦੀ ਤਿਆਰੀ ਕਰ ਲਈ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਪੁਰਬ ਤੇ ਦੋਨਾਂ ਜੀਆਂ ਨੇ ਅੰਮ੍ਰਿਤ ਪਾਨ ਕਰ ਲਿਆ। ਗੁਰਮੁਖੀ ਰਹਿਤ ਦੇ ਧਾਰਨੀ ਬਣ ਗਏ। ਨਿਸ਼ਚਿਤ ਜੀਵਨ ਬਤੀਤ ਕਰਨ ਲੱਗੇ। ਪੁਰਾਣੇ ਜੀਵਨ ਨੂੰ ਨਿਗਾਹ ਵਿੱਚ ਰੱਖਦੇ ਹੋਏ ਕਈ ਵਾਰ ਪੁਲਿਸ ਵਾਲੇ ਗੇੜਾ ਮਾਰਨ ਤੇ ਕਹਿਣ, ਅਮਰ ਸਿੰਘ, ਇਹ ਕੀ ਕਰ ਲਿਆ? ਅਸੀਂ ਤਾਂ ਹੈਰਾਨ ਹਾਂ ਕਿ ਤੇਰਾ ਜੀਵਨ ਕਿਵੇਂ ਪਲਟਾ ਖਾ ਗਿਆ। ਕਿਤੇ ਇਸ ਭੇਖ ਦੇ ਪਰਦੇ ਹੇਠ ਵੇਲੇ ਕੁਵੇਲੇ ਪਹਿਲਾਂ ਵਾਲਾ ਕੰਮ ਤਾਂ ਨਹੀਂ ਕਰਦਾ? ਅਮਰ ਸਿੰਘ ਦਾ ਉੱਤਰ ਹੁੰਦਾ ਸੀ ਕਿ ਜੇ ਪਹਿਲਾਂ ਵਾਲੀ ਖੇਹ ਹੀ ਛਾਨਣੀ ਹੈ ਤਾਂ ਮੈਨੂੰ ਕਿਹੜਾ ਕਿਸੇ ਨੇ ਇਹ ਭੇਖ ਧਾਰਨ ਕਰਨ ਲਈ ਮਜਬੂਰ ਕੀਤਾ ਹੈ। ਮੈਂ ਤਾਂ ਜਿਸ ਦਿਨ ਦਾ ਇਹਨਾਂ ਨਸ਼ਿਆਂ ਦੀ ਗੁਲਾਮੀ ਤੋਂ ਛੁੱਟਿਆ ਹਾਂ, ਮਹਿਸੂਸ ਕਰਦਾ ਹਾਂ ਕਿ ਅਸਲ ਜੀਵਨ ਹੀ ਹੁਣ ਸ਼ੁਰੂ ਹੋਇਆ ਹੈ। ਪਹਿਲਾ ਜੀਵਨ ਤਾਂ ਨਰਕ ਦੇ ਸਮਾਨ ਭੋਗਿਆ ਹੈ ਤੇ ਹੁਣ ਸਮਾਂ ਵਿਅਰਥ ਤੇ ਅਜਾਇਆ ਚਲਾ ਗਿਆ ਹੈ। ਜੇ ਮੈਂ ਕੋਈ ਪਹਿਲਾਂ ਵਾਲਾ ਕਰਮ ਕੀਤਾ ਤਾਂ ਤੁਹਾਨੂੰ ਕਿਹੜਾ ਪਤਾ ਨਹੀਂ ਲੱਗਣਾ। ਹੁਣ ਮੈਂ ਸੱਚੇ ਦਿਲੋਂ ਸਭ ਕੁਝ ਤਿਆਗ ਦਿੱਤਾ ਹੈ। ਜੀਵਨ ਨੂੰ ਹੋਰ ਪਰਪੱਕ ਕਰਨ ਲਈ ਸਰਦਾਰ ਅਮਰ ਸਿੰਘ ਬਾਬਾ ਜੀ ਪਾਸ ਗੁਰਦੁਆਰਾ ਸਾਹਿਬ ਆ ਗਏ। ਕੁਝ ਸਮਾਂ ਗੁਰੂ ਘਰ ਦੀ ਸੇਵਾ ਵਿੱਚ ਬਤੀਤ ਕਰਨ ਲੱਗੇ। ਬਾਕੀ ਘਰ ਦੇ ਕੰਮ ਕਾਜ ਵਿੱਚ ਰੋਟੀ ਕਮਾਉਣ ਹਿੱਤ ਲਾਉਣਾ। ਸਾਲ ਕੁ ਦਾ ਸਮਾਂ ਇਸ ਤਰ੍ਹਾਂ ਬਤੀਤ ਹੋ ਗਿਆ। ਫਿਰ ਸਰਦਾਰ ਅਮਰ ਸਿੰਘ ਜੀ ਬਾਬਾ ਜੀ ਪਾਸ ਪੱਕੇ ਤੌਰ ਤੇ ਰਹਿਣ ਲੱਗ ਪਏ। ਬਾਬਾ ਜੀ ਅਮਰ ਸਿੰਘ ਉਹਨਾਂ ਨੂੰ ਕਹਿਣਾ ਕਿ ਗੁਰਮੁਖ ਗੁਰਸਿੱਖ, ਤੂੰ ਕਿਰਤ ਵੀ ਜ਼ਰੂਰ ਕਰਨੀ ਹੈ। ਆਪ ਦਾ ਉੱਤਰ ਹੁੰਦਾ ਕਿ ਬਾਬਾ ਜੀ, ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚੋਂ ਘਰ ਨੂੰ ਜਾਣ ਨੂੰ ਚਿੱਤ ਹੀ ਨਹੀਂ ਕਰਦਾ। ਜਿਸ ਪਰਮੇਸ਼ਵਰ ਨੇ ਜੀਵਨ ਪੈਦਾ ਕੀਤੇ ਹਨ ਉਹ ਆਪੇ ਰੋਜੀ ਦਾ ਫਿਕਰ ਕਰੇਗਾ। ਉਧਰ ਖੇਤਾਂ ਵਿੱਚ ਖਾਣ ਜੋਗੇ ਦਾਣੇ ਹੋ ਜਾਂਦੇ ਹਨ, ਬਾਕੀ ਸੇਵਾ ਆਪ ਜੀ ਦੇ ਚਰਨਾਂ ਵਿੱਚ ਹੋ ਜਾਂਦੀ ਹੈ। ਅਮਰ ਸਿੰਘ ਨੂੰ ਪ੍ਰੇਰਣਾ ਦੇ ਕੇ ਬਾਬਾ ਜੀ ਨੇ ਜਲੰਧਰ ਸ਼੍ਰੀ ਗੁਰੂ ਤੇਗ ਬਹਾਦਰ ਸੈਂਟਰਲ ਟਾਊਨ ਗੁਰਦੁਆਰੇ ਨੌਕਰੀ ਲਵਾ ਦਿੱਤਾ। ਬੜੀ ਭੈ ਭਾਵਨੀ ਨਾਲ ਸੇਵਾ ਨਿਭਾਈ। 2-3 ਸਾਲ ਸੇਵਾ ਨਿਭਾਉਣ ਉਪਰੰਤ ਆਪ ਮੁੜ ਘਰ ਪਰਤ ਆਏ ਤੇ ਬਾਬਾ ਜੀ ਪਾਸ ਆ ਕੇ ਰਹਿਣ ਲੱਗੇ, ਗੁਰੂ ਘਰ ਦੀ ਸੇਵਾ ਕਰਨ ਲੱਗੇ। ਉਹਨਾਂ ਦੀਆਂ 2 ਲੜਕੀਆਂ ਸਨ ਜਿਨ੍ਹਾਂ ਨੂੰ ਬਾਬਾ ਜੀ ਨੇ ਬਹੁਤ ਵਧੀਆ ਘਰ ਭਾਵ ਚੰਗੇ ਯੋਗ ਵਰਗ ਲੱਭ ਕੇ ਦਿੱਤੇ। ਆਪ ਜੀ ਦਾ ਇੱਕ ਪੁੱਤਰ ਸੀਗਾ ਛੋਟਾ, ਉਹ ਵੀ ਪੜ੍ਹ ਲਿਖ ਕੇ ਡਰਾਈਵਰੀ ਕਰਕੇ ਚੰਗੇ ਪੈਸੇ ਕਮਾਉਣ ਲੱਗਾ ਤੇ ਆਪ ਦੋਨੋਂ ਜੀ ਗੁਰੂ ਘਰ ਦੀ ਸੇਵਾ ਕਰਕੇ ਦਿਨ ਰਾਤ ਸਿਮਰਨ ਕਰਨ ਲੱਗੇ। ਬਾਬਾ ਜੀ ਦੀ ਇੰਨੀ ਕਿਰਪਾ ਹੋਈ ਕਿ ਆਪ ਜੀ ਦੀ ਜ਼ਿੰਦਗੀ ਦੁੱਖਾਂ ਤੋਂ ਛੁਟਕਾਰਾ ਹੋ ਗਿਆ ਤੇ ਸੁੱਖਾਂ ਭਰੀ ਜ਼ਿੰਦਗੀ ਬਣ ਗਈ।
ਬਾਬਾ ਜੀ ਸੰਤ ਬਾਬਾ ਹਰਨਾਮ ਸਿੰਘ ਜੀ ਨੇ ਬਹੁਤ ਸਾਰੀਆਂ ਜ਼ਿੰਦਗੀਆਂ ਨੂੰ ਸਹੀ ਰਸਤੇ 'ਤੇ ਪਾਇਆ। ਇੱਕ ਨਸ਼ੇ ਦੀ ਲਾਹਨਤ ਨੂੰ ਛੱਡ ਕੇ ਗੁਰੂ ਦਾ ਸਿੱਖ ਬਣ ਕੇ ਇੰਨੀਆਂ ਕਦਰਾਂ ਕੀਮਤਾਂ ਪਈਆਂ। ਉਹ ਅੰਮ੍ਰਿਤ ਸਿੰਘ ਜੀ ਆਪ ਦੱਸਦੇ ਹੁੰਦੇ ਸਨ ਕਿ ਜਦੋਂ ਮੈਂ ਨਸ਼ੇ ਦੀ ਆਦੀ ਸੀ ਤਾਂ ਮੇਰੀ ਗੱਲ 'ਤੇ ਕੋਈ ਵੀ ਯਕੀਨ ਨਹੀਂ ਸੀ ਕਰਦਾ, ਸਾਰੇ ਹੀ ਮੈਨੂੰ ਨਸ਼ੇੜੀ ਕਹਿੰਦੇ ਹੁੰਦੇ ਸਨ। ਅਤੇ ਜਦੋਂ ਮੈਂ ਗੁਰਸਿੱਖ ਬਣ ਗਿਆ ਅਤੇ ਸਾਰੇ ਮੇਰੀ ਗੱਲ ਨੂੰ ਮੰਨਣ ਲੱਗ ਪਏ, ਮੇਰੇ 'ਤੇ ਯਕੀਨ ਕਰਨ ਲੱਗ ਪਏ ਅਤੇ ਮੇਰੀ ਜ਼ਿੰਦਗੀ ਸੁੱਖਾਂ ਭਰੀ ਹੋ ਗਈ। ਬਾਬਾ ਜੀ ਨੇ ਇਹੋ ਜਿਹੇ ਦੀਨ ਦੁਖੀਆਂ ਦੀ ਮਦਦ ਕੀਤੀ, ਉਹਨਾਂ ਨੂੰ ਸਿੱਧੇ ਰਸਤੇ ਪਾਇਆ, ਗੁਰਬਾਣੀ ਨਾਲ ਜੋੜਿਆ, ਜ਼ਿੰਦਗੀ ਵਿੱਚ ਆਉਣ ਦਾ ਮਹੱਤਵ ਦੱਸਿਆ, ਚੰਗੇ ਕਰਮ ਕਰਨ ਦੀ ਪ੍ਰੇਰਨਾ ਦਿੱਤੀ। ਸੰਤ ਬਾਬਾ ਹਰਨਾਮ ਸਿੰਘ ਜੀ ਮਹਾਰਾਜ ਇੰਨੇ ਜ਼ਿਆਦਾ ਚੰਗੇ ਸਨ ਕਿ ਉਹਨਾਂ ਲਈ ਲਫ਼ਜ਼ ਵੀ ਥੋੜ੍ਹੇ ਹਨ, ਲਫ਼ਜ਼ ਵੀ ਛੋਟੇ ਹਨ ਉਹਨਾਂ ਦੀ ਵਡਿਆਈ ਕਰਨ ਲਈ। ਅੱਜ ਵੀ ਜੋ ਉਹਨਾਂ ਦੇ ਸਤਸੰਗੀ ਸਨ ਉਹਨਾਂ ਤੋਂ ਪੁੱਛ ਕੇ ਦੇਖੋ ਕਿ ਬਾਬਾ ਜੀ ਵਿੱਚ ਕਿੰਨੀਆਂ ਵਡਿਆਈਆਂ ਸਨ, ਪਰ ਜੋ ਵੀ ਕੋਈ ਉਹਨਾਂ ਨੂੰ ਪਰਸਪਰ ਮਿਲਦਾ ਸੀ, ਕੋਈ ਇਹ ਮਹਿਸੂਸ ਨਹੀਂ ਕਰ ਸਕਦਾ ਸੀ ਕਿ ਉਹ ਬ੍ਰਹਮ ਗਿਆਨੀ ਹਨ, ਸੱਚ ਅਕਾਲ ਪੁਰਖ ਹਨ। ਉਹ ਨਿੱਤ ਸਾਡੇ ਵਰਗੇ ਆਮ ਜੀਵਾਂ ਵਾਂਗ ਹੀ ਵਿਚਰਦੇ ਸਨ। ਕੋਈ ਵੀ ਚਲ ਜਾਂਦਾ ਸੀ ਉਹਨਾਂ ਨੂੰ ਇਸੇ ਤਰ੍ਹਾਂ ਹੀ ਖਿੜੇ ਮੱਥੇ ਕਬੂਲ ਕਰਦੇ ਸਨ। ਅਤੇ ਇਸੇ ਤਰ੍ਹਾਂ ਹੀ ਬਾਬਾ ਜੀ ਨੇ ਬਹੁਤ ਸਾਰੀਆਂ ਜ਼ਿੰਦਗੀਆਂ ਨੂੰ ਚੰਗੇ ਰਸਤੇ ਪਾਇਆ। ਨਾਮ ਬਾਣੀ ਇੱਕ ਇਹੋ ਜਿਹਾ ਸਾਧਨ ਹੈ ਜਿਸ ਨੂੰ ਜਦੋਂ ਜੀਵ ਜਪਣ ਲੱਗ ਪੈਂਦਾ ਹੈ, ਉਹ ਕੁਰੈਤਾਂ ਨੂੰ ਛੱਡ ਕੇ ਚੰਗੇ ਜੀਵਨ, ਚੰਗੀ ਜ਼ਿੰਦਗੀ ਵਾਲੀ ਸੋਚ ਰੱਖਦਾ ਹੈ ਅਤੇ ਉਹ ਦੁੱਖਾਂ ਕਲੇਸ਼ਾਂ ਦਾ ਉਹਦਾ ਨਾਸ਼ ਹੋ ਜਾਂਦਾ ਹੈ ਅਤੇ ਸੁੱਖਾਂ ਵਿੱਚ ਪ੍ਰਵੇਸ਼ ਕਰਦਾ ਹੈ। ਸਿਰਫ ਇੱਕੋ ਇੱਕ ਆਧਾਰ ਹੈ ਬਾਣੀ। ਬਾਣੀ ਨੂੰ ਪੜ੍ਹਨਾ ਬਹੁਤ ਜ਼ਰੂਰੀ ਹੈ, ਅੰਮ੍ਰਿਤ ਵੇਲਾ ਸਾਂਭਣਾ ਬਹੁਤ ਜ਼ਰੂਰੀ ਹੈ, ਤਾਂ ਹੀ ਸਾਡੇ ਦੁੱਖਾਂ ਕਲੇਸ਼ਾਂ ਦਾ ਨਾਸ਼ ਹੋ ਸਕਦਾ ਹੈ। ਜਿੱਥੇ ਮਰਜ਼ੀ ਵੀ ਅਸੀਂ ਭਟਕ ਕੇ ਦੇਖ ਲਈਏ, ਪਰ ਜੋ ਗੁਰੀ ਭਲੀ ਕਰਦਾ ਹੈ ਉਹ ਕੋਈ ਭਲੀ ਨਹੀਂ ਕਰਦਾ। ਸਿਰਫ ਇੱਕੋ ਇੱਕ ਸੰਸਾਰ ਵਿੱਚ ਅਟਲ ਸੱਚ ਹੈ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਾਰੇ ਦੁੱਖਾਂ ਕਲੇਸ਼ਾਂ ਦਾ ਨਾਸ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।